Hello students, myself Sandeep Kaur from Government Girls Senior Secondary School Fatehgarh Chudiya. Today I am going to discuss the topic on volumetric analysis taken from 10 plus 2 class to determine the molarity and concentration of given KMnO4 solution against standard solution of mohr salt 19.6 gram of which is dissolved in 1 liter of water. Now students, let's do the topic. Prepare a solution of ferrous ammonium sulfate, mohr salt containing exactly 19.6 gram of the salt in 1 liter. With the help of this solution, determine the molarity and the concentration of KMnO4 in the given solution. ਸੋ ਸਟੂਡੈਂਟਸ ਇਹਦੇ ਵਿੱਚ ਸਾਨੂੰ KMnO4 ਨਾ ਉਹਦੀ ਸਾਨੂੰ ਮੋਲੈਰਿਟੀ ਤੇ ਕਨਸੈਂਟਰੇਸ਼ਨ ਅਸੀਂ ਉਹਦੀ ਕੈਲਕੂਲੇਟ ਕਰਨੀ ਹੈ। ਸਾਨੂੰ ਨਹੀਂ ਪਤਾ ਹੈ ਉਹਦੀ ਮੋਲੈਰਿਟੀ ਕਿੰਨੀ ਹੈ, ਸਾਨੂੰ ਉਹ ਸੋਲੂਸ਼ਨ ਗਿਵਨ ਹੈ ਤੇ ਜਿਹੜਾ ਅਸੀਂ ਸੋਲੂਸ਼ਨ ਪ੍ਰਿਪੇਅਰ ਕਰਨਾ ਹੈ ਉਹ ਮੋਹਰ ਸਾਲਟ ਹੈ। ਉਸ ਨੂੰ ਅਸੀਂ ਕਿਵੇਂ ਪ੍ਰਿਪੇਅਰ ਕਰਨਾ ਹੈ, 19.6 ਗ੍ਰਾਮ ਲੈਣਾ ਹੈ ਤੇ ਉਸ ਨੂੰ 1 ਲੀਟਰ ਪਾਣੀ ਦੇ ਵਿੱਚ ਅਸੀਂ ਡਿਜ਼ੋਲਵ ਕਰਨਾ ਹੈ। ਉਹ ਸਾਡਾ ਸਟੈਂਡਰਡ ਸੋਲੂਸ਼ਨ ਬਣ ਜਾਏਗਾ ਤੇ ਉਸ ਨੂੰ KMnO4 ਦੇ ਅਗੇਂਸਟ ਅਸੀਂ ਟਾਈਟਰੇਟ ਕਰਨਾ ਹੈ। ਸਭ ਤੋਂ ਪਹਿਲਾਂ ਇਹ ਕਰਨ ਤੋਂ ਪਹਿਲਾਂ ਅਸੀਂ ਕੈਮੀਕਲ ਇਕੁਏਸ਼ਨਸ ਦੇਖਾਂਗੇ ਕਿ ਕੈਮੀਕਲ ਇਕੁਏਸ਼ਨਸ ਇਹ ਦੋਨੋਂ ਕਿਵੇਂ ਰਿਐਕਟ ਹੁੰਦਾ ਹੈ ਤੇ ਕੀ ਸਾਡੇ ਕੋਲ ਪ੍ਰੋਡਕਟਸ ਬਣਦੇ ਨੇ। ਸਭ ਤੋਂ ਪਹਿਲਾਂ ਬੇਟਾ ਇਹ ਜਿਹੜੀ ਪੂਰੀ ਦੀ ਪੂਰੀ ਮੋਲੀਕੂਲਰ ਇਕੁਏਸ਼ਨ ਹੈ ਇਹਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਲਿਖਿਆ ਗਿਆ ਹੈ। ਪਹਿਲੇ ਹਿੱਸੇ ਦੇ ਵਿੱਚ KMnO4 ਨੂੰ ਸਲਫਿਊਰਿਕ ਐਸਿਡ ਨਾਲ ਰਿਐਕਟ ਕਰਵਾਇਆ ਗਿਆ ਹੈ। ਮਤਲਬ ਹੁੰਦਾ ਕੀ ਹੈ, ਇੱਥੇ ਆਕਸੀਡੇਸ਼ਨ ਹੁੰਦੀ ਹੈ ਤਾਂ ਫੈਰਸ ਜੋ ਹੈ ਫੈਰਿਕ ਦੇ ਵਿੱਚ ਕਨਵਰਟ ਹੋ ਰਿਹਾ ਹੈ। KMnO4 ਜੋ ਹੈ ਉਹਦੇ ਵਿੱਚ ਸਲਫਿਊਰਿਕ ਐਸਿਡ ਪਾਇਆ, ਕਿਉਂ ਪਾਇਆ, ਕਿਉਂਕਿ ਜੋ KMnO4 ਹੈ ਮੈਂਗਨੀਜ਼ ਡਾਈਆਕਸਾਈਡ ਵਿੱਚ ਕਨਵਰਟ ਨਾ ਹੋ ਜਾਵੇ, ਇਸ ਕਰਕੇ ਇਸ ਨੂੰ ਪ੍ਰੀਵੈਂਟ ਕਰਨ ਦੇ ਵਾਸਤੇ ਮੈਂਗਨੀਜ਼ ਡਾਈਆਕਸਾਈਡ ਦੀ ਫਾਰਮੇਸ਼ਨ ਅਸੀਂ ਉਸ ਦੇ ਵਿੱਚ ਸਲਫਿਊਰਿਕ ਐਸਿਡ ਐਡ ਕੀਤਾ। ਸਲਫਿਊਰਿਕ ਐਸਿਡ ਐਡ ਕਰਨ ਤੋਂ ਬਾਅਦ ਜੋ ਪੋਟਾਸ਼ੀਅਮ ਹੈ ਉਹ ਪੋਟਾਸ਼ੀਅਮ ਸਲਫੇਟ 'ਚ ਕਨਵਰਟ ਹੋ ਜਾਏਗਾ ਔਰ ਜੋ ਮੈਂਗਨੀਜ਼ ਹੈ ਉਹ ਮੈਂਗਨੀਜ਼ ਸਲਫੇਟ ਵਿੱਚ ਕਨਵਰਟ ਹੋ ਜਾਏਗਾ ਤੇ ਇਹਦੇ ਵਿੱਚ ਸਾਨੂੰ ਕੁਝ ਵਾਟਰ ਦੇ ਮੋਲੀਕਿਊਲਸ ਵੀ ਮਿਲਣਗੇ ਤੇ ਨਾਲ ਆਕਸੀਡੇਸ਼ਨ ਇਹਦੀ ਹੋਏਗੀ, ਇਸ ਕਰਕੇ ਆਕਸੀਜਨ ਜੋ ਹੈ ਉਹ ਲਿਖਿਆ ਗਿਆ ਹੈ ਨਾਲ। ਹੁਣ ਦੇਖਿਆ ਜਾਵੇ ਤੇ K ਜੋ ਹੈ K2 'ਚ ਕਨਵਰਟ ਹੋ ਰਿਹਾ ਹੈ, ਇਸ ਕਰਕੇ ਪੋਟਾਸ਼ੀਅਮ ਸਲਫੇਟ ਦਾ ਫਾਰਮੂਲਾ K2SO4 ਹੁੰਦਾ ਹੈ। ਸੋ ਇਸ ਕਰਕੇ ਅਸੀਂ ਲੈਫਟ ਹੈਂਡ ਸਾਈਡ ਤੇ ਫਿਰ 2 ਨਾਲ ਮਲਟੀਪਲਾਈ ਕਰਾਂਗੇ 2 KMnO4 ਤੇ ਰਾਈਟ ਹੈਂਡ ਸਾਈਡ ਤੇ ਫਿਰ ਮੈਂਗਨੀਜ਼ ਦੇ ਅੱਗੇ 2 ਲਗਾਇਆ ਹੋਇਆ ਹੈ ਕਿਉਂਕਿ ਦੋਨੋਂ ਇਕੁਏਸ਼ਨ ਇਸ ਤਰ੍ਹਾਂ ਬੈਲੈਂਸ ਹੋ ਜਾਂਦੀਆਂ ਹਨ। ਤੇ ਲੈਫਟ ਹੈਂਡ ਸਾਈਡ ਤੇ ਦੇਖੀਏ ਤੇ ਸਾਡੇ ਕੋਲ ਰਾਈਟ ਹੈਂਡ ਸਾਈਡ ਤੇ ਦੇਖੀਏ ਤੇ ਸਾਡੇ ਕੋਲ ਸਲਫੇਟ ਜੋ ਹੈ 3 ਮੋਲੀਕਿਊਲ ਸਲਫੇਟ ਦੇ ਬਣਦੇ ਹਨ ਤੇ ਇਸ ਕਰਕੇ ਸਲਫਿਊਰਿਕ ਐਸਿਡ ਦੇ ਅੱਗੇ 3 ਦੇ ਨਾਲ ਮਲਟੀਪਲਾਈ ਕਰ ਦਿੱਤਾ ਨਾ। ਤਾਂ ਉਸ ਤੋਂ ਬਾਅਦ ਵਾਟਰ ਵੀ ਬਣ ਰਿਹਾ ਹੈ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਤੇ, ਇਸ ਕਰਕੇ ਜੋ ਲੈਫਟ ਹੈਂਡ ਸਾਈਡ ਤੇ ਸਲਫਿਊਰਿਕ ਐਸਿਡ ਦੇ ਅੱਗੇ 3 ਲਗਾ ਦਿੱਤਾ, ਜੋ 3 ਲੱਗਿਆ ਹੋਇਆ ਹੈ ਤੇ ਇਸ ਕਰਕੇ ਵਾਟਰ ਦੇ ਅੱਗੇ ਵੀ 3 ਦੇ ਨਾਲ ਮਲਟੀਪਲਾਈ ਕਰ ਦਿੱਤਾ। ਫਿਰ ਉਸ ਤੋਂ ਬਾਅਦ ਆਕਸੀਜਨ ਗਿਣੀਆਂ ਦੋਨੋਂ ਪਾਸੇ ਤਾਂ ਇਹ ਦੇਖਿਆ ਗਿਆ ਕਿ ਜੋ ਲੈਫਟ ਹੈਂਡ ਸਾਈਡ ਤੇ ਜੋ ਤੁਸੀਂ ਆਕਸੀਜਨਸ ਨੂੰ ਗਿਣੋਗੇ ਤਾਂ 20 ਆਕਸੀਜਨਸ ਆਉਣਗੀਆਂ ਤੇ ਜਦੋਂ ਤੁਸੀਂ ਰਾਈਟ ਹੈਂਡ ਸਾਈਡ ਤੇ ਗਿਣੋਗੇ ਤਾਂ 15 ਆਕਸੀਜਨਸ ਆਉਣਗੀਆਂ, ਇਸ ਕਰਕੇ 5 ਜੋ ਹੈ ਆਕਸੀਜਨ ਦੇ ਅੱਗੇ ਲਗਾਤਾ ਤੇ ਦੋਨੋਂ ਇਕੁਏਸ਼ਨਸ ਜੋ ਹੈ ਉਹ ਬੈਲੈਂਸ ਹੋ ਗਈਆਂ। ਉਸ ਤੋਂ ਬਾਅਦ ਜੋ ਫੈਰਸ ਅਮੋਨੀਅਮ ਸਲਫੇਟ ਦਾ ਫਾਰਮੂਲਾ ਲਿਖਿਆ, ਫੈਰਸ ਸਲਫੇਟ ਅਮੋਨੀਅਮ ਸਲਫੇਟ 6 ਵਾਟਰ ਦੇ ਮੋਲੀਕਿਊਲਸ ਤੇ ਨਾਲ ਉਸ ਦੇ ਵਿੱਚ ਸਲਫਿਊਰਿਕ ਐਸਿਡ ਐਡ ਕੀਤਾ ਤੇ ਉਸ ਦੀ ਆਕਸੀਡੇਸ਼ਨ ਕੀਤੀ। ਹੁਣ ਜੋ ਫੈਰਿਸ ਹੈ ਉਸ ਦੀ ਆਕਸੀਡੇਸ਼ਨ ਸਟੇਟ +2 ਹੁੰਦੀ ਹੈ। ਫੈਰਿਸ ਜੋ ਹੈ ਉਹ ਫੈਰਿਕ ਦੇ ਵਿੱਚ ਕਨਵਰਟ ਹੋਏਗਾ, ਫੈਰਿਕ ਦਾ ਮਤਲਬ +3 ਆਕਸੀਡੇਸ਼ਨ ਸਟੇਟ। ਸੋ ਫੈਰਿਸ ਸਲਫੇਟ ਇਜ਼ ਕਨਵਰਟਿੰਗ ਇਨਟੂ ਫੈਰਿਕ ਸਲਫੇਟ Fe2SO4 ਜਿਸ ਦਾ ਫਾਰਮੂਲਾ ਹੁੰਦਾ ਹੈ। ਤੇ ਨਾਲ ਹੀ ਲੈਫਟ ਹੈਂਡ ਸਾਈਡ ਤੇ ਦੇਖਿਆ ਜਾਵੇ ਤੇ ਅਮੋਨੀਅਮ ਸਲਫੇਟ ਦੇ ਵੀ 2 ਮੋਲੀਕਿਊਲਸ ਨੇ ਤੇ ਰਾਈਟ ਹੈਂਡ ਸਾਈਡ ਤੇ ਵੀ ਅਸੀਂ 2 ਮੋਲੀਕਿਊਲਸ ਆਫ ਅਮੋਨੀਅਮ ਸਲਫੇਟ ਲਿਖਾਂਗੇ। ਤੇ ਜੇਕਰ ਅਸੀਂ ਲੈਫਟ ਹੈਂਡ ਸਾਈਡ ਤੇ ਵਾਟਰ ਦੇ ਮੋਲੀਕਿਊਲਸ ਕੈਲਕੂਲੇਟ ਕਰਾਂਗੇ ਤੇ ਉਹ ਸਾਡੇ ਕੋਲ 13 ਆਣਗੇ ਤੇ 13 ਹੀ ਅਸੀਂ ਰਾਈਟ ਹੈਂਡ ਸਾਈਡ ਤੇ ਲਿਖ ਦੇਵਾਂਗੇ। ਹੁਣ ਕਿਉਂਕਿ ਆਕਸੀਜਨ ਜੋ ਹੈ ਉਹ ਇੱਕ ਹੈ ਇੱਧਰਲੇ ਪਾਸੇ ਤੇ ਉੱਪਰ ਵਾਲੀ ਇਕੁਏਸ਼ਨ 'ਚ ਦੇਖਿਆ ਜਾਵੇ ਤੇ 5 ਆਕਸੀਜਨਸ ਨੇ, ਸੋ ਅਸੀਂ ਇਸ ਇੰਟਾਇਰ ਜੋ ਹੈ ਨੀਚੇ ਵਾਲੀ ਇਕੁਏਸ਼ਨ ਉਸਨੂੰ 5 ਦੇ ਨਾਲ ਮਲਟੀਪਲਾਈ ਕਰਾਂਗੇ ਤੇ ਫਿਰ ਦੋਨੋਂ ਸਾਈਡ ਤੇ ਜੋ ਲੈਫਟ ਹੈਂਡ ਤੇ ਰਾਈਟ ਹੈਂਡ ਸਾਈਡ ਤੇ ਜੋ ਆਕਸੀਜਨ ਆ ਰਹੇ ਨੇ ਉਹ ਦੋਨੋਂ ਆਪਸ 'ਚ ਕੈਂਸਲ ਹੋ ਜਾਣਗੇ ਉੱਪਰ ਤੇ ਨੀਚੇ ਵਾਲੀ ਇਕੁਏਸ਼ਨ ਦੇ ਵਿੱਚ। ਤੇ ਉਸ ਤੋਂ ਬਾਅਦ ਅਸੀਂ ਐਡੀਸ਼ਨ ਕਰਕੇ ਦੋਵਾਂ ਇਕੁਏਸ਼ਨਸ ਨੂੰ ਲਿਖਾਂਗੇ 2 KMnO4 +8 ਕਿਉਂਕਿ ਨੀਚੇ ਸਾਡੇ ਕੋਲ ਜੋ ਸਲਫਿਊਰਿਕ ਐਸਿਡ ਹੈ ਉਹ 5 ਹੋ ਜਾਣਗੇ ਜਦੋਂ 5 ਨਾਲ ਮਲਟੀਪਲਾਈ ਕਰਾਂਗੇ, 5 ਪਲੱਸ ਉੱਪਰ ਵਾਲੇ 3 8 ਸਲਫਿਊਰਿਕ ਐਸਿਡ ਪਲੱਸ 5 ਨਾਲ ਜਦੋਂ ਅਸੀਂ ਫੈਰਿਸ ਸਲਫੇਟ ਅਮੋਨੀਅਮ ਸਲਫੇਟ ਨੂੰ ਮਲਟੀਪਲਾਈ ਕੀਤਾ ਤੇ ਸਾਡੇ ਕੋਲ 10 ਫੈਰਸ ਸਲਫੇਟ ਅਮੋਨੀਅਮ ਸਲਫੇਟ 6 ਵਾਟਰ ਆ ਗਿਆ। ਤੇ ਅਸੀਂ ਜਦੋਂ ਰਾਈਟ ਹੈਂਡ ਸਾਈਡ ਤੇ ਦੇਖਾਂਗੇ ਤਾਂ ਸਾਡੇ ਕੋਲ ਉੱਪਰ ਵਾਲਾ ਪੋਟਾਸ਼ੀਅਮ ਸਲਫੇਟ K2SO4 ਪਲੱਸ ਮੈਂਗਨੀਜ਼ ਸਲਫੇਟ ਪਲੱਸ ਨੀਚੇ ਵਾਲਾ ਫੈਰਸ ਸਲਫੇਟ
प्लस अमोनीयम सल्फेट जो है, क्योंकि अमोनीयम सल्फेट ਨੂੰ 5 ਨਾਲ ਮਲਟੀਪਲਾਈ ਕੀਤਾ ਹੈ ਤਾਂ ਫਿਰ ਸਾਡੇ ਕੋਲ 10 ਮੋਲੀਕਿਊਲਸ ਆਫ ਅਮੋਨੀयम ਸਲਫੇਟ प्लस ਜਦੋਂ ਅਸੀਂ नीचे वाले वाटर मॉलिक्यूल्स ਨੂੰ ਐਡ ਕੀਤਾ ਸੀ तो 65 ਮੋਲੀਕਿਊਲਸ ਆਫ ਵਾਟਰ ਤੇ ਉੱਪਰ ਵਾਲੇ 3 ਮੋਲੀਕਿਊਲਸ ਆਫ ਵਾਟਰ ਐਡੀਸ਼ਨ ਹੋ ਕੇ 68 ਮੋਲੀਕਿਊਲਸ ਆਫ ਵਾਟਰ ਵਿਲ ਬੀ देयर। ਸੋ ਇਹ ਤਾਂ ਸਾਡੀ ਇੰਟਾਇਰ ਇਕੁਏਸ਼ਨ ਹੋ ਗਈ ਆ ਤੇ ਉਸ ਤੋਂ ਬਾਅਦ ਇਸ ਦੀ ਸਾਡੀ ਮੋਲੀਕੂਲਰ ਇਕੁਏਸ਼ਨ। ਹੁਣ ਅਸੀਂ ਇਸ ਦੀ ਆਇਨਿਕ ਇਕੁਏਸ਼ਨ ਲਿਖਾਂਗੇ। ਆਇਨਿਕ ਇਕੁਏਸ਼ਨ ਦੇ ਵਿੱਚ ਬੇਟਾ ਅਗਰ ਅਸੀਂ K ਨੂੰ ਵਿੱਚੋਂ ਰਿਮੂਵ ਕਰ ਦਈਏ ਤਾਂ ਸਾਡੇ ਕੋਲ ਮੈਗਨੇਟ ਆਇਨ ਬਣ ਜਾਂਦਾ ਹੈ MnO4 ਨੈਗੇਟਿਵ। ਸੋ MnO4 ਨੈਗੇਟਿਵ ਜੋ ਹੈ ਉਸ ਦੇ ਵਿੱਚ ਆਕਸੀਜਨ ਸਟੇਟ ਦੇਖੀਏ मैगनीज ਦੀ ਤਾਂ ਉਹ +7 ਹੋਏਗੀ। ਸੋ ਮੈਗਨੇਟ ਆਇਨ ਤੋਂ ਰਾਈਟ ਹੈਂਡ ਸਾਈਡ ਤੇ ਜੋ ਕੁਐਸਚਨ ਆਕਸੀਡੇਸ਼ਨ ਸਟੇਟ ਬਣ ਰਹੀ ਹੈ ਮੈਗਨੀਜ਼ ਦੀ ਉਹ Mn2+ ਹੈ। ਇਸ ਦਾ ਮਤਲਬ ਇਹ ਹੈ ਕਿ +7 ਤੋਂ +2 ਦੇ ਵਿੱਚ ਹੋ ਰਿਹਾ ਹੈ ਕਨਵਰਟ। ਇਸ ਦਾ ਮਤਲਬ ਹੈ ਕਿ ਮਤਲਬ ਇਟ ਇਜ਼ ਲੂਜ਼ਿੰਗ ਇਲੈਕਟ੍ਰੋਨਸ। ਸੋ 5 ਇਲੈਕਟ੍ਰੋਨਸ ਅਸੀਂ ਜੋ ਹੈ ਅਸੀਂ ਇੱਧਰਲੇ ਪਾਸੇ ਮੈਗਨੇਟ ਦੇ ਵਿੱਚ ਅਸੀਂ ਐਡ ਕਰ ਦੇਵਾਂਗੇ। ਇੱਧਰਲੇ ਪਾਸੇ ਦੇਖੋ ਮੈਗਨੇਟ +7 ਤੋਂ +2 ਦੇ ਵਿੱਚ ਆਕਸੀਡੇਸ਼ਨ ਸਟੇਟ ਹੋ ਰਹੀ ਹੈ ਤੇ ਐਡੀਸ਼ਨ ਹੋ ਰਹੀ ਹੈ ਨਾ ਇਲੈਕਟ੍ਰੋਨਸ ਦੀ, ਸੋ ਰਿਡਕਸ਼ਨ ਹੋ ਰਹੀ ਹੈ। ਇਟਸ ਨਾਟ ਆਕਸੀਡੇਸ਼ਨ, ਇਟਸ ਰਿਡਕਸ਼ਨ। ਸੋ ਮੈਗਨੇਟ ਦੇ ਵਿੱਚ ਅਸੀਂ 5 ਇਲੈਕਟ੍ਰੋਨਸ ਐਡ ਕੀਤੇ ਤਾਂ ਮੈਗਨੀਜ਼ 2 ਪੋਜ਼ੀਟਿਵ ਬਣ ਗਿਆ। ਤੇ ਅਸੀਂ ਇੱਕ ਹੋਰ ਚੀਜ਼ ਦੇਖਦੇ ਹਾਂ ਕਿ ਆਕਸੀਜਨ ਦੇ ਵਿੱਚ 4 ਨੀਚੇ ਲਿਖਿਆ 4 ਆਕਸੀਜਨ ਦੇ ਮੋਲੀਕਿਊਲਸ ਨੇ। ਸੋ ਅਸੀਂ ਰਾਈਟ ਹੈਂਡ ਸਾਈਡ ਤੇ 4 ਵਾਟਰ ਦੇ ਮੋਲੀਕਿਊਲਸ ਅਸੀਂ ਲਿਖ ਦੇਵਾਂਗੇ। ਹੁਣ ਅਸੀਂ ਰਾਈਟ ਹੈਂਡ ਸਾਈਡ ਦੇਖੀਏ ਕਿ ਸਾਡੇ ਕੋਲ ਹਾਈਡਰੋਜਨ ਕਿੰਨੇ ਨੇ 4 2 8 तो ਇੰਨੇ ਹੀ ਹਾਈਡਰੋਜਨ ਜੋ ਅਸੀਂ ਲੈਫਟ ਹੈਂਡ ਸਾਈਡ ਤੇ ਲਿਖ ਦਿੱਤੇ ਤੇ ਸਾਡੀ ਇਕੁਏਸ਼ਨ ਜੋ ਹੈ ਉਹ ਬੈਲੈਂਸ ਹੋ ਗਈ। ਉਸ ਤੋਂ ਬਾਅਦ ਫੈਰਸ ਜੋ ਹੈ that is converting into ferric। ਫੈਰਸ ਮਤਲਬ Fe2 ਪੋਜ਼ਿਟਿਵ ਇਜ਼ ਕਨਵਰਟਿੰਗ ਇਨਟੂ Fe3 ਪੋਜ਼ਿਟਿਵ। ਸੋ ਅਸੀਂ ਇੱਕ ਇਲੈਕਟ੍ਰੋਨ ਜੋ ਹੈ ਨਾਲ ਐਡ ਕਰਤਾ ਤੇ ਦੋਨੋਂ ਪਾਸੇ ਇਕੁਏਸ਼ਨਸ ਨੂੰ ਅਸੀਂ ਬੈਲੈਂਸ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਇਲੈਕਟ੍ਰੋਨ ਕਿਉਂਕਿ ਇੱਥੇ ਇੱਕ ਹੈ, ਉੱਪਰ ਵਾਲੀ ਇਕੁਏਸ਼ਨ ਦੇ ਵਿੱਚ 5 ਇਲੈਕਟ੍ਰੋਨ ਨੇ, ਅਸੀਂ ਨੀਚੇ ਵਾਲੀ ਇਕੁਏਸ਼ਨ ਨੂੰ 5 ਨਾਲ ਮਲਟੀਪਲਾਈ ਕੀਤਾ ਤੇ ਉਸ ਦੇ ਨਾਲ ਇੱਥੇ 5 ਇਲੈਕਟ੍ਰੋਨਸ ਬਣ ਗਏ ਤੇ ਦੋਨਾਂ ਇਕੁਏਸ਼ਨਸ ਨੂੰ ਜੋ ਅਸੀਂ ਐਡ ਕਰਾਂਗੇ that will be magnate MnO4 negative plus 8H positive plus 5 Fe2 positive because of the multiplication with 5 will give you 5 Fe3 positive plus manganese 2 positive plus 4 water molecules। ਹੁਣ ਜਿਹੜੇ 5 ਇਲੈਕਟ੍ਰੋਨ ਲੈਫਟ ਹੈਂਡ ਸਾਈਡ ਐਂਡ ਰਾਈਟ ਹੈਂਡ ਸਾਈਡ ਤੇ ਉਹ that will be cancel with each other। now what are the materials required। material ਸਾਨੂੰ किस चीज़ की लोड़ पैंदी है एक्सपैरीमेंट करने के वास्ते। सानू सब तो पहला 250 ml कॉनिकल फ्लास्क चाहिए है बच्चों, इसनों टाइट्रेशन फ्लास्क भी कह सकते हाँ। फिर 250 ml स्टैंडर्ड फ्लास्क चाहिए है जिस दे विच असी सोल्यूशन प्रिपेयर करना है मोहर सॉल्ट का। दैन 250 ml बीकर चाहिए है तो डिस्टिल्ड वाटर चाहिए है, नाल फनल चाहिए है सानू। उस तो बाद इलैक्ट्रॉनिक बैलेंस जिस नाल मेजरमेंट करनी है, 2 मोलर सल्फ्यूरिक एसिड चाहिए है एंड कंसनट्रेटेड सल्फ्यूरिक एसिड भी चाहिए है। दैन KMnO4 सोल्यूशन चाहिए है जोड़ा कि सानू गिवन होएगा। दैन बुरेट स्टैंड चाहिए है। उस तो बाद टेस्ट ट्यूब, स्पैचुला, ग्लास रॉड, मोहर सॉल्ट क्रिस्टल्स, वाइट टाइल, ट्राईपॉड स्टैंड, वायर गॉज, बुनसन बर्नर, मेजरिंग जार, वॉश बॉटल, वेइंग बॉटल। नाउ इंਡੀਕੇਟਰ ਸਾਨੂੰ कलर चेंज बारे दसदा है। इस दे विच जो KMnO4 सानू गिवन है पोटाशियम परमैंगनेट इज़ द सैल्फ इंਡੀਕੇਟਰ। ये सैल्फ इंਡੀਕੇਟਰ के तौर पर वर्क करता है। दैन एंड पॉइंट इस जो है टाइट्रेशन इस दे विच एंड पॉइंट की आएगा कलरलैस टू परमानेंट पिंक कलर, क्योंकि सानू पहला सोल्यूशन जो कलरलैस होएगा मोहर सॉल्ट का जो असी कंटीन्यूअस एडिशन करांगे KMnO4 सोल्यूशन की। दैन लास्ट ड्रॉप के उत्ते जो परमानेंट पिंक कलर आ जाए, जस्ट अपीयरेंस ऑफ परमानेंट पिंक कलर इज आवर एंड पॉइंट। नाउ प्रोसीजर सब तो पहला एक्सपैरीमेंट असीं की करना है कि मोहर सॉल्ट जो सानू गिवन है फेरस सल्फेट अमोनीयम सल्फेट 6 वाटर जो है उसनू पहला उसके क्रिस्टल्स नू 4.9 ग्राम्स नू असीं पहला वे करना है। एक वेइंग बॉटल लैके उस दे विच असीं मोहर सॉल्ट के क्रिस्टल पा देने हैं तो उसनू असीं इलैक्ट्रॉनिक बैलेंस के उत्ते रखना है तो उसनू उसकी मेजरमेंट करनी है। उस तो बाद वेइंग बॉटल उत्थों चुक के असी उस दे विच जो भी क्रिस्टल्स ने उसनू एक बीकर दे विच ट्रांसफर कर देना है तो उस बीकर दे विच वाटर पा के उन्होंने डिजोल्व कर लेना है। ठीक है, वो डिजोल्व करन तो बाद असी एक उसका स्टैंडर्ड सोल्यूशन तैयार करना है। असी उसनू 250 ml सोल्यूशन तैयार करना है उसनू एक फ्लास्क दे विच पा के विद द हैल्प ऑफ 250 ml मेजरिंग फ्लास्क।
ਰਿੰਸ ਦਾ ਪਿਪੇਟ, ਫਿਰ ਅਸੀਂ ਪਿਪੇਟ ਨੂੰ ਰਿੰਸ ਕਰਨਾ ਹੈ। ਮਤਲਬ ਕਿ ਅਸੀਂ ਇਹ ਕਰਨਾ ਹੈ ਕਿ ਪਿਪਟ ਦੇ ਉੱਤੇ ਕੋਈ ਵੀ ਵਾਟਰ ਦੇ ਡ੍ਰੌਪਲੇਟਸ ਜਾਂ ਕੋਈ ਹੋਰ ਚੀਜ਼ ਨਾ ਲੱਗੀ ਰਹਿ ਜਾਵੇ। ਉਸ ਨੂੰ ਚੰਗੀ ਤਰ੍ਹਾਂ ਘੁਮਾ ਕੇ ਉਸ ਦੇ ਵਿੱਚ ਸੋਲਿਊਸ਼ਨ ਪਾ ਕੇ ਉਸ ਨੂੰ ਅਸੀਂ ਚੰਗੀ ਤਰ੍ਹਾਂ ਰਿੰਸ ਕਰਕੇ ਉਸ ਦਾ ਸੋਲਿਊਸ਼ਨ ਕੱਢ ਦੇਣਾ ਹੈ। ਇਸ ਤਰ੍ਹਾਂ ਅਸੀਂ 2-3 ਵਾਰ ਦੁਹਰਾਉਣੀ ਹੈ ਆਪਣੀ ਇਹ ਪਰਫੋਰਮੈਂਸ। ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਮੋਹਰ ਸੌਲਟ ਸੋਲਿਊਸ਼ਨ ਨੂੰ ਉਸ ਪਿਪਟ ਆਊਟ ਕਰ ਲੈਣਾ ਹੈ। ਪਿਪਟ ਦੇ ਵਿੱਚ 20 ml ਪਿਪਟ ਲੈਣੀ ਹੈ ਤੇ ਫਿਰ ਉਸ ਨੂੰ ਟਾਈਟਰੇਸ਼ਨ ਫਲਾਸਕ ਦੇ ਵਿੱਚ ਟ੍ਰਾਂਸਫਰ ਕਰ ਦੇਣਾ ਹੈ। ਦੈਨ ਰਿੰਸ ਐਂਡ ਫਿਲ ਦਾ ਬੁਰਟ। ਫਿਰ ਜਿਹੜੀ ਸਾਡੀ ਬੁਰਟ ਹੈ ਅਸੀਂ ਉਸ ਨੂੰ ਵੀ ਇਸੇ ਤਰ੍ਹਾਂ ਰਿੰਸ ਕਰਨਾ ਹੈ। ਉਸ ਵਿੱਚ ਪਹਿਲਾਂ ਗਿਵਨ KMnO4 ਸੋਲਿਊਸ਼ਨ ਪਾ ਕੇ ਉਸ ਨੂੰ 2-3 ਵਾਰ ਘੁਮਾ ਕੇ ਉਸ ਦੇ ਵਿੱਚ ਮਤਲਬ ਉਸ ਦੇ ਵਿੱਚ ਚੰਗੀ ਤਰ੍ਹਾਂ ਘੁਮਾ ਕੇ ਉਸ ਤੋਂ ਬਾਅਦ ਉਸ ਨੂੰ ਸੋਲਿਊਸ਼ਨ ਨੂੰ ਸਟੋਪ ਕੌਕ ਦੀ ਮਦਦ ਨਾਲ ਕੱਢ ਦੇਣਾ ਹੈ। ਤੇ ਇਸ ਤਰ੍ਹਾਂ ਅਸੀਂ 2-3 ਵਾਰ ਕਰਨਾ ਹੈ ਤੇ ਫਿਰ ਉਹ ਸਾਡੀ ਜਿਹੜੀ ਬੁਰਟ ਹੈ ਉਹ ਰਿੰਸ ਹੋ ਜਾਏਗੀ। ਫਿਰ ਅਸੀਂ ਕੀ ਕਰਨਾ ਹੈ ਕਿ ਇੱਕ ਫੁੱਲ ਟੈਸਟ ਟਿਊਬ ਲੈਣੀ ਹੈ ਸਲਫਿਊਰਿਕ ਡਾਇਲਿਊਟ ਸਲਫਿਊਰਿਕ ਐਸਿਡ ਨਾਲ ਭਰੀ ਹੋਈ, ਜੋ ਕਿ 20 ml ਹੋਏਗੀ। ਤੇ ਉਹ ਜਿਹੜਾ ਸੋਲਿਊਸ਼ਨ ਹੈ ਉਹ 2 ਮੋਲਰ ਸੋਲਿਊਸ਼ਨ ਹੋਏਗਾ। ਉਸ ਨੂੰ ਅਸੀਂ ਟਾਈਟਰੇਸ਼ਨ ਫਲਾਸਕ ਦੇ ਵਿੱਚ ਟ੍ਰਾਂਸਫਰ ਕਰ ਦੇਣਾ ਹੈ। ਫਿਰ ਅਸੀਂ ਕੀ ਕਰਨਾ ਹੈ ਕਿ ਬੁਰਟ ਦੀ ਇਨੀਸ਼ੀਅਲ ਰੀਡਿੰਗ ਜੋ ਹੈ ਉਹ ਨੋਟ ਕਰਨੀ ਹੈ। ਮਤਲਬ ਸਟਾਰਟਿੰਗ ਦੇ ਵਿੱਚ ਕਿ ਉਸ ਦਾ ਲੋਅਰ ਮਨੀਸਕਸ ਸਾਡਾ ਕੀ ਰੀਡਿੰਗ ਦੇ ਰਿਹਾ ਹੈ, ਅਸੀਂ ਬਹੁਤ ਹੀ ਕੇਅਰਫੁਲੀ ਜੋ ਹੈ ਬੁਰਟ ਦੇ ਵਿੱਚੋਂ ਉਸ ਦੀ ਰੀਡਿੰਗ ਨੋਟ ਕਰਨੀ ਹੈ। ਉਸ ਤੋਂ ਬਾਅਦ ਅਸੀਂ KMnO4 ਸੋਲਿਊਸ਼ਨ ਜੋ ਹੈ ਉਹ ਮਤਲਬ ਬੁਰਟ ਤੋਂ ਅਸੀਂ ਐਡ ਕਰਨਾ ਸ਼ੁਰੂ ਕਰ ਦੇਣਾ ਹੈ ਟਾਈਟਰੇਸ਼ਨ ਫਲਾਸਕ ਦੇ ਵਿੱਚ। ਤੇ ਤਦ ਤੱਕ ਐਡ ਕਰਦੇ ਜਾਣਾ ਹੈ ਜਦ ਤੱਕ ਸਾਡਾ ਪਰਮਾਨੈਂਟ ਪਿੰਕ ਕਲਰ ਨਹੀਂ ਆ ਜਾਂਦਾ ਸੋਲਿਊਸ਼ਨ ਦਾ ਇਨ ਦਾ ਟਾਈਟਰੇਸ਼ਨ ਫਲਾਸਕ ਔਨ ਐਡੀਸ਼ਨ ਆਫ ਲਾਸਟ ਸਿੰਗਲ ਡ੍ਰੌਪ ਆਫ KMnO4 ਸੋਲਿਊਸ਼ਨ। ਜਦੋਂ ਸਾਡਾ ਜਸਟ ਅਪੀਅਰੈਂਸ ਆਫ ਪਿੰਕ ਕਲਰ ਆ ਜਾਏਗਾ ਲਾਸਟ ਸਿੰਗਲ ਡ੍ਰੌਪ ਆਫ KMnO4 ਸੋਲਿਊਸ਼ਨ ਤੇ, ਤਦ ਹੀ ਅਸੀਂ ਉਸ ਨੂੰ ਸਟੋਪ ਕੌਕ ਨੂੰ ਬੰਦ ਕਰ ਦੇਣਾ ਹੈ ਅਤੇ ਸੋਲਿਊਸ਼ਨ ਦੀ ਰੀਡਿੰਗ ਜੋ ਹੈ ਉਹ ਨੋਟ ਕਰਨੀ ਹੈ ਬੁਰਟ ਤੋਂ। ਨੋਟ ਦਾ ਫਾਈਨਲ ਰੀਡਿੰਗ ਆਫ ਦਾ ਬੁਰਟ। ਫਿਰ ਅਸੀਂ ਬਹੁਤ ਹੀ ਧਿਆਨ ਦੇ ਨਾਲ ਬੁਰਟ ਤੋਂ ਰੀਡਿੰਗ ਨੋਟ ਕਰਕੇ ਤੇ ਉਸ ਨੂੰ ਆਪਣੀ ਨੋਟਬੁੱਕ ਤੇ ਨੋਟ ਕਰ ਲੈਣਾ ਹੈ। ਇਸ ਤਰ੍ਹਾਂ ਇਹ ਐਕਸਪੈਰੀਮੈਂਟ ਜੋ ਹੈ ਅਸੀਂ 3-4 ਵਾਰ ਇਸੇ ਤਰ੍ਹਾਂ ਹੀ ਇਸਨੂੰ ਰਿਵਾਈਜ਼ ਕਰਨਾ ਹੈ, ਦੁਹਰਾਉਣਾ ਹੈ ਤੇ ਉਸ ਤੋਂ ਬਾਅਦ ਅਸੀਂ ਇੱਕ ਸੈੱਟ ਪ੍ਰਾਪਤ ਕਰ ਲੈਣਾ ਹੈ ਰੀਡਿੰਗਸ ਦਾ। ਰਿਪੀਟ the above steps 4-5 times to get a set of 3 concordant readings। ਇਸ ਤਰ੍ਹਾਂ ਸਾਡੇ ਕੋਲ 3 concordant ਜਾਂ 4 concordant readings ਆ ਜਾਣਗੀਆਂ। concordant readings ਦਾ ਮਤਲਬ ਹੁੰਦਾ ਬੱਚੋ ਕਿ ਰੀਡਿੰਗਸ ਦੇ ਵਿੱਚ ਜਿਹੜਾ ਜ਼ਿਆਦਾ ਫਰਕ ਨਹੀਂ ਹੋਵੇ। 0.05 ਦਾ ਫਰਕ ਹੀ ਹੋਣਾ ਚਾਹੀਦਾ, ਇਸ ਤੋਂ ਜ਼ਿਆਦਾ ਫਰਕ ਨਹੀਂ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਅਸੀਂ ਇਹਨਾਂ 3-4 ਰੀਡਿੰਗਸ ਦਾ ਸੈੱਟ ਲੈ ਕੇ ਇਹਨਾਂ ਦੀ ਅਸੀਂ ਐਵਰੇਜ ਕੱਢ ਲਵਾਂਗੇ। ਐਵਰੇਜ ਕੱਢਣ ਤੋਂ ਬਾਅਦ ਫਿਰ ਅਸੀਂ ਉਸ ਨੂੰ ਐਕਸ ਦਾ ਨਾਮ ਦੇ ਦਾਂਗੇ, ਉਸ ਨੂੰ ਐਕਸ ਮੰਨ ਲਵਾਂਗੇ। ਆਬਜ਼ਰਵੇਸ਼ਨਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ ਕਿ ਜੋ ਅਸੀਂ ਵੇਇੰਗ ਬੋਟਲ ਹੈ ਉਸ ਦਾ ਪਹਿਲਾਂ ਖਾਲੀ ਦਾ ਅਸੀਂ ਵੇਟ ਜਿਹੜਾ ਮੇਜਰ ਕੀਤਾ ਸੀਗਾ ਉਹ ਅਸੀਂ ਇੱਥੇ ਲਿਖ ਦੇਵਾਂਗੇ। ਤੇ ਉਸ ਤੋਂ ਬਾਅਦ ਅਸੀਂ ਵੇਇੰਗ ਬੋਟਲ ਦੇ ਵਿੱਚ ਜਦੋਂ ਮੋਹਰ ਸਾਲਟ ਦੇ ਕ੍ਰਿਸਟਲਸ ਲਏ ਸੀ ਉਹ ਅਸੀਂ ਰੱਖ ਕੇ ਮਤਲਬ 4.9 ਗ੍ਰਾਮ ਲਿਆ ਸੀ, ਠੀਕ ਹੈ, ਉਸ ਦੀ ਫਿਰ ਰੀਡਿੰਗ ਅਸੀਂ ਨੋਟ ਕਰ ਲਵਾਂਗੇ। ਉਸ ਤੋਂ ਬਾਅਦ ਵੇਟ ਆਫ ਦੀ ਮੋਹਰ ਸਾਲਟ, ਇਹਨਾਂ ਨੂੰ ਮਾਈਨਸ ਕਰਕੇ ਇੱਕ ਦੂਸਰੇ ਚੋਂ ਆ ਜਾਏਗਾ 4.9 ਗ੍ਰਾਮ। ਉਸ ਤੋਂ ਬਾਅਦ ਅਸੀਂ ਵੋਲਿਊਮ ਆਫ ਮੋਹਰ ਸਾਲਟ ਸੋਲਿਊਸ਼ਨ ਪ੍ਰੀਪੇਅਰਡ, ਅਸੀਂ 250 ml ਦੀ ਫਲਾਸਕ ਲਈ ਸੀ, ਸਟੈਂਡਰਡ ਸੋਲਿਊਸ਼ਨ ਪ੍ਰੀਪੇਅਰ ਕੀਤਾ ਸੀ ਤੇ ਅਸੀਂ ਇੱਥੇ ਲਿਖਾਂਗੇ ਕਿ ਵੋਲਿਊਮ ਆਫ ਮੋਹਰ ਸਾਲਟ ਸੋਲਿਊਸ਼ਨ ਪ੍ਰੀਪੇਅਰਡ ਇਜ਼ ਇਕੁਅਲ ਟੂ 250 ml। ਨੈਕਸਟ ਵੋਲਿਊਮ ਆਫ ਮੋਹਰ ਸਾਲਟ ਸੋਲਿਊਸ਼ਨ ਟੇਕਨ ਫॉर ਈਚ ਟਾਈਟਰੇਸ਼ਨ, ਕਿ ਅਸੀਂ ਦੇਖਣਾ ਹੈ ਕਿ ਹਰ ਵਾਰੀ ਅਸੀਂ ਪਿਪਟ ਦੇ ਨਾਲ ਕਿੰਨਾ ਪਿਪਟ ਆਊਟ ਕੀਤਾ ਸੀ ਟਾਈਟਰੇਸ਼ਨ ਫਲਾਸਕ ਦੇ ਵਿੱਚ 20 ml। ਹਰ ਟਾਈਮ ਅਸੀਂ ਇੰਨਾ ਲਿਆ ਸੀ, ਸੋ ਅਸੀਂ ਇੱਥੇ ਇਸ ਦਾ ਵੋਲਿਊਮ 20 ml ਲਿਖਾਂਗੇ। ਫਿਰ ਅਸੀਂ ਇੱਕ ਟੈਬੂਲਰ ਫਾਰਮ ਦੇ ਵਿੱਚ ਅਸੀਂ ਇੱਕ ਟੇਬਲ ਬਣਾਇਆ ਹੈ ਜਿਸ ਵਿੱਚ ਸੀਰੀਅਲ ਨੰਬਰਸ, ਦੈਨ ਇਨੀਸ਼ੀਅਲ ਰੀਡਿੰਗ ਆਫ ਦਾ ਬੁਰਟ, then final reading of the burette and then volume of the KMnO4 solution used ਜੋ ਹੈ ਅਸੀਂ ਇੱਥੇ ਭਰਾਂਗੇ। ਸਭ ਤੋਂ ਪਹਿਲਾਂ ਅਸੀਂ ਜਦੋਂ ਇਨੀਸ਼ੀਅਲ ਰੀਡਿੰਗ ਦੇਖੀ ਸੀ ਬੁਰਟ ਦੀ, ਅਸੀਂ ਲੋਅਰ ਮਨੀਸਕਸ ਤੋਂ ਉਸ ਦੀ ਰੀਡਿੰਗ ਨੋਟ ਕੀਤੀ ਸੀ ਤੇ ਉਹ ਅਸੀਂ ਇੱਥੇ ਲਿਖ ਦੇਣੀ ਹੈ। 0 ਹੈ ਤਾਂ 0 ਲਿਖ ਦਿਓ, 0.5 ਹੈ ਤਾਂ 0.5 ਲਿਖ ਦੇਣੀ ਹੈ। ਦੈਨ ਉਸ ਤੋਂ ਬਾਅਦ ਜਦੋਂ ਪਰਮਾਨੈਂਟ ਸਾਡਾ ਪਿੰਕ ਕਲਰ ਅਪੀਅਰ ਹੋਇਆ ਸੀ ਉਸ ਵੇਲੇ ਸਾਡੀ ਬੁਰਟ ਦੀ ਰੀਡਿੰਗ ਕੀ ਸੀ, ਉਹ ਸਾਡੀ ਦੈਟ ਵਿਲ ਬੀ ਅਵਰ ਫਾਈਨਲ ਰੀਡਿੰਗ ਆਫ ਦਾ ਬੁਰਟ। ਦੈਨ ਅਸੀਂ ਵੋਲਿਊਮ ਆਫ ਦੀ KMnO4 ਸੋਲਿਊਸ਼ਨ ਯੂਜ਼ਡ ਲਿਖਾਂਗੇ ਕਿ ਜੋ ਸਾਡੀ ਫਾਈਨਲ ਰੀਡਿੰਗ ਆਈ ਹੈ। ਫੋਰ ਐਗਜ਼ਾਮਪਲ ਸਪੋਜ਼ ਕਰੋ ਕਿ ਸਾਡੀ ਇਨੀਸ਼ੀਅਲ ਰੀਡਿੰਗ 1 ml ਸੀਗੀ, ਸਾਡੀ ਫਾਈਨਲ ਰੀਡਿੰਗ ਸੀਗੀ 21 ml, ਦੈਨ ਅਸੀਂ 21 ਦੇ ਵਿੱਚੋਂ 1 ਮਾਈਨਸ ਕਰਾਂਗੇ, ਦੈਨ ਆਵਰ ਰੀਡਿੰਗ ਵੋਲਿਊਮ ਆਫ ਦੀ KMnO4 ਸੋਲਿਊਸ਼ਨ ਯੂਜ਼ਡ ਵਿਲ ਬੀ 20 ml। ਜਸਟ ਇਸ ਤਰ੍ਹਾਂ ਇਹ ਤੁਸੀਂ ਖੁਦ ਦੇਖ ਲੈਣਾ ਹੈ ਕਿ ਤੁਹਾਡੀ ਇਨੀਸ਼ੀਅਲ ਰੀਡਿੰਗ ਕੀ ਹੈ ਤੇ ਤੁਹਾਡੀ ਫਾਈਨਲ ਰੀਡਿੰਗ ਕੀ ਹੈ। ਅਸੀਂ ਹਮੇਸ਼ਾ ਫਾਈਨਲ ਰੀਡਿੰਗ ਚੋਂ
ਇਨੀਸ਼ੀਅਲ ਰੀਡਿੰਗ ਨੂੰ ਮਾਈਨਸ ਕਰਕੇ ਦੇਖ ਲੈਣਾ ਹੈ ਕਿ ਸਾਡਾ ਵੋਲਿਊਮ ਆਫ KMnO4 ਸੋਲੂਸ਼ਨ ਯੂਜ਼ਡ ਕਿੰਨਾ ਆਇਆ ਹੈ, ਉਸਦੀ ਕਿੰਨਾ ਵੋਲਿਊਮ ਹੈ, ਉਹ ਅਸੀਂ ਮਿਲੀਲੀਟਰਾਂ 'ਚ ਇੱਥੇ ਲਿਖ ਦਾਂਗੇ। ਇਸੇ ਤਰ੍ਹਾਂ ਅਸੀਂ 3-4 ਵਾਰ ਜੋ ਅਸੀਂ ਆਪਣਾ ਐਕਸਪੈਰੀਮੈਂਟ ਰਿਵਾਈਜ਼ ਕੀਤਾ ਹੈ ਉਹ ਸਾਰੀਆਂ ਰੀਡਿੰਗਸ ਅਸੀਂ ਇੱਥੇ ਇੱਕ ਇੱਕ ਕਰਕੇ ਨੋਟ ਕਰ ਲਵਾਂਗੇ। ਦੈਨ ਅਸੀਂ ਆਪਣੀਆਂ ਸਾਰੀਆਂ ਰੀਡਿੰਗਸ ਜੋ ਵੋਲਿਊਮ ਆਫ ਦੀ KMnO4 ਸੋਲੂਸ਼ਨ ਯੂਜ਼ਡ ਆਇਆ ਹੈ ਇਹਨਾਂ 3 ਜਾਂ 4 ਰੀਡਿੰਗਸ ਅਸੀਂ ਐਵਰੇਜ ਕੱਢ ਲਾਂਗੇ। ਜਿੱਦਾਂ ਫੋਰ ਐਗਜ਼ਾਮਪਲ ਇੱਕ ਵਾਰੀ ਤੁਹਾਡੇ ਕੋਲ ਆਇਆ 20 ml, ਦੂਜੀ ਵਾਰੀ ਆ ਗਿਆ 20.5 ਜਾਂ ਤੀਸਰੀ ਵਾਰੀ ਆ ਗਿਆ ਤੁਹਾਡਾ 21.5। ਦੈਨ ਤੁਸੀਂ ਤਿੰਨਾਂ ਦਾ ਐਵਰੇਜ ਕਰਕੇ ਪਲੱਸ ਕਰਕੇ ਡਿਵਾਈਡਡ ਬਾਈ 3 ਜਾਂ 4 ਜਿੰਨੀ ਵਾਰੀ ਵੀ ਤੁਸੀਂ ਕਰਦੇ ਹੋ ਤੁਸੀਂ ਕਰ ਲੈਣਾ ਹੈ, ਤੇ ਉਹ ਦੈਟ ਵਿਲ ਬੀ ਯੋਰ ਕਨਕੋਰਡੈਂਟ ਵੋਲਿਊਮ। ਉਹ ਤੁਹਾਡਾ ਕਨਕੋਰਡੈਂਟ ਵੋਲਿਊਮ ਆ ਜਾਏਗਾ। ਸਪੋਜ਼ ਕਰੋ ਉਹ XML ਹੈ। ਦੈਨ ਨੈਕਸਟ ਅਸੀਂ ਕੈਲਕੂਲੇਸ਼ਨਸ ਕਰਾਂਗੇ। ਕੈਲਕੂਲੇਸ਼ਨਸ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਸਾਰੇ ਜਾਣਦੇ ਹਾਂ ਕਿ ਮੋਹਰਜ਼ ਜਾਂ ਸਾਲਟ ਹੈ ਉਸਦਾ ਜੋ ਮੋਲੀਕੂਲਰ ਮਾਸ ਹੈ ਉਹ 392 ਗ੍ਰਾਮ ਹੁੰਦਾ ਹੈ। ਉਹ ਸਾਡੀਆਂ ਪ੍ਰੈਕਟੀਕਲ ਦੀਆਂ ਨੋਟਬੁੱਕਸ 'ਚ ਵੀ ਲਿਖਿਆ ਹੁੰਦਾ ਹੈ। ਸਟੂਡੈਂਟਸ ਆਪ ਵੀ ਉਹਨੂੰ ਕੱਢ ਸਕਦੇ ਹਨ ਸਾਰਿਆਂ ਦੀਆਂ ਮੋਲੀਕੂਲਰ ਮਾਸ ਭਰ ਕੇ ਇਹਦੇ ਵਿੱਚ। ਦੈਨ ਮੋਲੈਰਿਟੀ ਆਫ ਮੋਹਰ ਸਾਲਟ ਸੋਲੂਸ਼ਨ। ਮੋਲੈਰਿਟੀ ਅਸੀਂ ਕਿਵੇਂ ਕਰਦੇ ਹਾਂ, ਮੋਲੈਰਿਟੀ ਸਟਰੈਂਥ ਡਿਵਾਈਡਡ ਬਾਈ ਮੋਲੀਕੂਲਰ ਮਾਸ ਹੁੰਦੀ ਹੈ, ਜਾਂ ਜੇ ਤੁਸੀਂ ਸਟਰੈਂਥ ਕੱਢਣੀ ਹੈ ਫਾਰਮੂਲਾ ਹੁੰਦਾ ਹੈ ਮੋਲੈਰਿਟੀ ਇਨਟੂ ਮੋਲਰ ਮਾਸ। ਮਤਲਬ ਦੋਨੋਂ ਤਰੀਕਿਆਂ ਦੇ ਨਾਲ ਤੁਸੀਂ ਇਸ ਨੂੰ ਇਕੁਏਸ਼ਨ ਨੂੰ ਲਿਖ ਸਕਦੇ ਹੋ। ਦੈਨ ਸਟਰੈਂਥ ਜੋ ਹੈ ਉਹ ਅਸੀਂ 19.6 ਗ੍ਰਾਮ ਜੋ ਮੋਹਰ ਸਾਲਟ ਕ੍ਰਿਸਟਲਸ ਲਏ ਹਨ ਉਸ ਨੂੰ ਅਸੀਂ 1 ਲੀਟਰ ਪਾਣੀ ਦੇ ਵਿੱਚ ਡਿਜ਼ੋਲਵ ਕੀਤਾ ਹੈ। ਇਸ ਕਰਕੇ 19.6 ਡਿਵਾਈਡਡ ਬਾਏ ਮੋਲਰ ਮਾਸ 392। ਸੋ ਜਦੋਂ ਤੁਸੀਂ ਇਸ ਨੂੰ ਕੈਲਕੂਲੇਟ ਕਰੋਗੇ ਇਹ 0.05 ਮੋਲਰ ਆ ਜਾਏਗਾ। ਨਾਓ ਕੈਲਕੂਲੇਸ਼ਨ ਆਫ ਮੋਲੈਰਿਟੀ ਆਫ KMnO4 ਸੋਲੂਸ਼ਨ। ਹੁਣ KMnO4 ਸੋਲੂਸ਼ਨ ਦੀ ਅਸੀਂ ਮੋਲੈਰਿਟੀ ਕਿਵੇਂ ਕਰਾਂਗੇ। ਅਸੀਂ ਸਭ ਤੋਂ ਪਹਿਲਾਂ ਜਿਹੜੀ ਬੈਲੈਂਸਡ ਇਕੁਏਸ਼ਨ ਲਿਖੀ ਸੀ ਜੋ ਸਭ ਤੋਂ ਪਹਿਲੇ ਸਲਾਈਡ ਦੇ ਉੱਤੇ ਆਈ ਸੀ ਉਸ ਦੇ ਵਿੱਚ ਅਸੀਂ 2 KMnO4 ਜੋ ਹੈ ਮੋਲੀਕਿਊਲਸ ਉਹ ਜਿਹੜੇ ਹੈ 10 ਫੈਰਸ ਸਲਫੇਟ ਅਮੋਨੀਅਮ ਸਲਫੇਟ ਮੋਲੀਕਿਊਲਸ ਦੇ ਨਾਲ ਰਿਐਕਟ ਕੀਤੇ ਸੀਗੇ। ਸੋ ਅਸੀਂ ਲਿਖਾਂਗੇ ਇਟ ਇਜ਼ ਕਲੀਅਰ ਦੈਟ 2 moles of KMnO4 reacts with 10 moles of ਮੋਹਰ ਸਾਲਟ। ਤੇ ਸਾਨੂੰ ਪਤਾ ਹੈ ਜਿਹੜੀ ਮੋਲੈਰਿਟੀ ਇਕੁਏਸ਼ਨ ਜੋ ਹੁੰਦੀ ਹੈ M1V1 ਡਿਵਾਈਡਡ ਬਾਈ N1 ਇਜ਼ ਇਕੁਅਲ ਟੂ M2V2 ਡਿਵਾਈਡਡ ਬਾਈ N2। ਹੇਅਰ N1 ਐਂਡ N2 ਆਰ ਦਾ ਨੰਬਰ ਆਫ ਮੋਲਸ। ਸੋ KMnO4 ਜੋ ਹੈ ਉਸਨੂੰ ਪਹਿਲਾ ਸੋਲੂਸ਼ਨ ਲੈ ਲਿਆ ਹੈ MKMnO4 ਇੰਟੂ V KMnO4 ਡਿਵਾਈਡਡ ਬਾਈ M ਮੋਹਰ ਸਾਲਟ ਇੰਟੂ V ਮੋਹਰ ਸਾਲਟ will be equal to 2 divided by 10. Now what is MKMnO4? Molarity of KMnO4 solution. VKMnO4 volume of KMnO4 solution. M molar salt molarity of molar salt solution. V molar salt volume of molar salt solution. Then ਅਸੀਂ ਇਸ ਦੇ ਵਿੱਚ MKMnO4 into X ਹੈ ਜੋ ਅਸੀਂ volume of KMnO4 solution ਆਪਣੇ ਟੇਬਲ ਦੇ ਵਿੱਚੋਂ ਨਿਕਾਲਿਆ ਸੀ। ਉਹ ਹੈ X ਦੀ ਵੈਲਿਊ ਡਿਵਾਈਡਡ ਬਾਏ ਮੋਹਰ ਸਾਲਟ ਦਾ ਜੋ ਮੋਲਰ ਮਾਸ ਹੈ 19.6 ਡਿਵਾਈਡਡ ਬਾਈ 392 ਇਨਟੂ ਜਿਹੜਾ ਮੋਹਰ ਸਾਲਟ ਅਸੀਂ ਪਿਪਟ ਆਊਟ ਕੀਤਾ ਸੀ ਹਰ ਵਾਰ that was 20 ml। ਸੋ ਇੱਥੇ 20 ਲਿਖ ਕੇ ਇਜ਼ ਇਕੁਅਲ ਟੂ 2/10। 2 ਜੋ ਹੈ ਨੰਬਰ ਆਫ ਮੋਲਸ ਆਫ KMnO4 ਹਨ ਅਤੇ 10 ਜੋ ਹਨ ਉਹ ਨੰਬਰ ਆਫ ਮੋਲਸ ਆਫ ਮੋਹਰ ਸਾਲਟ। From this equation molarity of KMnO4 solution can be calculated. Now calculation of strength of KMnO4 solution. Now strength ਦਾ ਫਾਰਮੂਲਾ ਹੁੰਦਾ ਹੈ in grams per liter molarity into molar mass. ਸੋ molarity ਜੋ ਹੈ ਅਸੀਂ ਪਿੱਛੇ ਨਿਕਾਲ ਲਈ ਹੈ KMnO4 ਦੀ ਉਹ ਅਸੀਂ ਇੱਥੇ ਲਿਖ ਲੈਣੀ ਹੈ molarity of KMnO4 into 158। ਉਹ ਸਾਡੀ ਆ ਜਾਏਗੀ strength in grams per liter। ਇਹ ਸਾਰਾ ਕੁਝ ਬੱਚੋ ਤੁਹਾਨੂੰ ਨੈਕਸਟ ਜੋ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਏਗਾ। ਉਹਦੇ ਵਿੱਚ molarity of KMnO4 ਵੀ ਕੈਲਕੂਲੇਟਡ ਹੋਈ ਹੈ ਤੇ ਸਟਰੈਂਥ ਵੀ ਕੈਲਕੂਲੇਟ ਕਰ ਲਈ ਗਈ ਹੈ ਤੇ ਉਸ ਤੋਂ ਬਾਅਦ ਸਾਨੂੰ ਸਾਰੀ ਵੀਡੀਓ ਦਿਖਾਈ ਜਾਵੇਗੀ। Determination of concentration of KMnO4 solution using ferrous ammonium sulfate crystals which are also called Mohr salt crystals. Preparation of standard solution of Mohr salt of ferrous ammonium sulfate। ਸਭ ਤੋਂ ਪਹਿਲਾਂ ਅਸੀਂ ਇੱਕ ਵੇਇੰਗ ਬੋਟਲ ਲਵਾਂਗੇ। ਇਸ ਵੇਇੰਗ ਬੋਟਲ ਨੂੰ ਇਲੈਕਟ੍ਰੋਨਿਕ ਬੈਲੈਂਸ ਉੱਤੇ ਰੱਖ ਕੇ ਇਸ ਨੂੰ ਟਾਰ ਕਰਾਂਗੇ ਅਤੇ ਇਸ ਦੀ ਫਿਰ ਅਸੀਂ ਇਸ ਵਿੱਚ ਸਪੈਟੂਲਾ ਦੀ ਮਦਦ ਨਾਲ ਕੁਝ ਕ੍ਰਿਸਟਲਸ ਆਫ ਮੋਹਰ ਸਾਲਟ ਲਵਾਂਗੇ ਅਤੇ ਇਸ ਨੂੰ ਢੱਕਣ ਖੋਲ ਕੇ ਵੇਇੰਗ ਬੋਟਲ ਦੇ ਵਿੱਚ ਪਾ ਦੇਵਾਂਗੇ। ਢੱਕਣ ਬੰਦ ਕਰਨ ਤੋਂ ਉਪਰੰਤ
ਫਿਰ ਅਸੀਂ ਉਸ ਦੀ ਰੀਡਿੰਗ ਨੋਟ ਕਰਾਂਗੇ ਜੋ ਕਿ 4.9 ਗ੍ਰਾਮ ਹੋਏਗੀ ਅਤੇ ਇਸ ਕ੍ਰਿਸਟਲਸ ਨੂੰ ਅਸੀਂ ਬੀਕਰ ਦੇ ਵਿੱਚ ਪਾ ਦਿਆਂਗੇ। ਅਜੇ ਵੀ ਥੋੜੇ ਕ੍ਰਿਸਟਲ ਜੋ ਹੈ ਵੇਇੰਗ ਬੋਟਲ ਦੇ ਨਾਲ ਚਿਪਕੇ ਹੋਏ ਨੇ। ਫਿਰ ਅਸੀਂ ਕੰਸਨਟ੍ਰੇਟਡ ਸਲਫਿਊਰਿਕ ਐਸਿਡ ਲਵਾਂਗੇ ਅਤੇ ਇੱਕ ਮੇਜਰਿੰਗ ਸਿਲੰਡਰ ਦੀ ਸਹਾਇਤਾ ਨਾਲ 5 ml ਜੋ ਇਸ ਦਾ ਵੋਲਿਊਮ ਹੈ ਉਹ ਨੋਟ ਕਰਕੇ ਇਸ ਨੂੰ ਅਸੀਂ ਸਿਲੰਡਰ ਦੇ ਵਿੱਚ ਬੀਕਰ ਦੇ ਵਿੱਚ ਪਾ ਦਿਆਂਗੇ। ਉਸ ਤੋਂ ਬਾਅਦ ਅਸੀਂ ਇੱਕ ਵਾਸ਼ ਬੋਟਲ ਦੀ ਮਦਦ ਦੇ ਨਾਲ ਇਸ ਵਿੱਚ ਜੋ ਸਟਿਕਿੰਗ ਮੋਹਰ ਸਾਲਟ ਕ੍ਰਿਸਟਲਸ ਨੇ ਉਸ ਨੂੰ ਵਾਸ਼ ਕਰਕੇ ਬੋਟਲ ਦੇ ਵਿੱਚ ਬੀਕਰ ਦੇ ਵਿੱਚ ਸੋਲੂਸ਼ਨ ਪਾ ਦਿਆਂਗੇ। ਉਸ ਤੋਂ ਬਾਅਦ ਇੱਕ ਅਸੀਂ ਕਲੀਨ ਗਲਾਸ ਰੋਡ ਲਵਾਂਗੇ ਅਤੇ ਉਸ ਦੀ ਸਹਾਇਤਾ ਦੇ ਨਾਲ ਇਸ ਨੂੰ ਡਿਜ਼ੋਲਵ ਕਰਾਂਗੇ। ਡਿਜ਼ੋਲਵ ਕਰਨ ਤੋਂ ਬਾਅਦ ਅਸੀਂ ਇਹ ਸੋਲੂਸ਼ਨ ਜੋ ਹੈ ਫਨਲ ਦੀ ਸਹਾਇਤਾ ਦੇ ਨਾਲ ਸਟੈਂਡਰਡ ਫਲਾਸਕ ਦੇ ਵਿੱਚ 250 ml ਦੇ ਵਿੱਚ ਪੋਰ ਕਰ ਦਿਆਂਗੇ। ਇਸ ਤੋਂ ਬਾਅਦ ਵਾਸ਼ ਬੋਟਲ ਦੀ ਮਦਦ ਦੇ ਨਾਲ ਅਸੀਂ ਬੀਕਰ ਦੇ ਵਿੱਚੋਂ ਫਿਰ ਦੁਬਾਰਾ ਇਸ ਨੂੰ ਵਾਸ਼ ਕਰਕੇ ਜੋ ਸੋਲੂਸ਼ਨ ਹੈ ਉਸ ਨੂੰ ਫਿਰ ਅਸੀਂ ਸਟੈਂਡਰਡ ਫਲਾਸਕ ਦੇ ਵਿੱਚ ਟ੍ਰਾਂਸਫਰ ਕਰ ਦਿਆਂਗੇ। ਉਸ ਤੋਂ ਬਾਅਦ ਵਾਸ਼ ਬੋਟਲ ਦੀ ਮਦਦ ਦੇ ਨਾਲ ਅਸੀਂ ਗਲਾਸ ਰੋਡ ਨੂੰ ਵੀ ਵਾਸ਼ ਕਰ ਦਿਆਂਗੇ ਤਾਂ ਕਿ ਕੋਈ ਸੋਲੂਸ਼ਨ ਨਾ ਚਿਪਕਿਆ ਰਹੇ ਅਤੇ ਫਿਰ ਅਸੀਂ ਫਨਲ ਨੂੰ ਵੀ ਵਾਸ਼ ਕਰਕੇ ਫਨਲ ਦੀ ਟਿਪ ਵਾਸ਼ ਕਰ ਦਿਆਂਗੇ ਅਤੇ ਬਾਕੀ ਦਾ ਪਾਣੀ ਅਸੀਂ ਇਸ ਵਿੱਚ ਟ੍ਰਾਂਸਫਰ ਕਰ ਦਿਆਂਗੇ ਤਾਂ ਕਿ ਕੁਝ ਪਾਣੀ ਕੈਲੀਬ੍ਰੇਸ਼ਨ ਮਾਰਕ ਤੋਂ ਥੱਲੇ ਰਹੇ। ਫਿਰ ਅਸੀਂ ਪਿੱਪੜ ਦੀ ਸਹਾਇਤਾ ਦੇ ਨਾਲ ਪਾਣੀ ਲੈ ਕੇ ਇਸ ਨੂੰ ਸਟੈਂਡਰਡ ਫਲਾਸਕ ਦੇ ਵਿੱਚ ਪਾਵਾਂਗੇ ਤਾਂ ਕਿ ਕੈਲੀਬ੍ਰੇਸ਼ਨ ਪੁਆਇੰਟ ਤੱਕ ਇਹ ਪਾਣੀ ਚਲਾ ਜਾਵੇ, ਨਿਸਕਸ ਉੱਥੇ ਤੱਕ ਆ ਜਾਵੇ। ਇਸ ਨੂੰ ਬੰਦ ਕਰਕੇ ਫਿਰ ਅਸੀਂ ਇਸ ਨੂੰ ਜੈਂਟਲੀ ਸ਼ੇਕ ਕਰਾਂਗੇ ਤਾਂ ਕਿ ਇਹ ਸੋਲੂਸ਼ਨ ਇਕਸਾਰ ਹੋ ਜਾਵੇ, ਹੋਮੋਜੀਨੀਅਸ ਹੋ ਜਾਵੇ। ਫਿਰ ਅਸੀਂ ਇਸ ਨੂੰ ਇੱਕ ਪਾਸੇ ਰੱਖ ਦਿਆਂਗੇ ਜੋ ਕਿ ਮੋਹਰ ਸਾਲਟ ਸੋਲੂਸ਼ਨ ਬਣ ਗਿਆ ਹੈ ਜਿਸ ਦੀ ਮੋਲੈਰਿਟੀ 0.05 ਮੋਲਰ ਹੈ। ਇਸ ਤੋਂ ਬਾਅਦ ਅਸੀਂ ਡਿਟਰਮੀਨੇਸ਼ਨ ਆਫ ਕਨਸੈਂਟ੍ਰੇਸ਼ਨ ਆਫ KMnO4 ਕਰਾਂਗੇ। ਉਸ ਦੇ ਵਾਸਤੇ ਅਸੀਂ ਇੱਕ ਬੁਰਟ ਜੋ ਹੈ ਉਸੇ ਸਟੈਂਡ ਦੇ ਉੱਤੇ ਫਿਕਸ ਕਰ ਦਿਆਂਗੇ। ਉਸ ਉੱਤੇ ਇੱਕ ਫਨਲ ਰੱਖ ਦਿਆਂਗੇ ਅਤੇ KMnO4 ਸੋਲੂਸ਼ਨ ਬੋਟਲ ਦੇ ਵਿੱਚੋਂ ਫਨਲ ਦੀ ਸਹਾਇਤਾ ਨਾਲ ਬੁਰਟ ਦੇ ਵਿੱਚ ਟ੍ਰਾਂਸਫਰ ਕਰਾਂਗੇ। ਫਨਲ ਨੂੰ ਹਟਾ ਦਿਆਂਗੇ। ਬੁਰਟ ਨੂੰ ਉਠਾ ਕੇ ਅਸੀਂ ਇਸ ਨੂੰ ਗੋਲ ਘੁਮਾ ਕੇ ਰਿੰਜ਼ ਕਰਾਂਗੇ ਤਾਂ ਕਿ ਕੋਈ ਵੀ ਵਾਟਰ ਦੇ ਮੋਲੀਕਿਊਲਸ ਚਿਪਕੇ ਨਾ ਰਹਿਣ। ਫਿਰ ਸਟਾਪ ਕੋਕ ਨੂੰ ਖੋਲ ਕੇ ਅਸੀਂ ਸਾਰੇ ਦਾ ਸਾਰਾ ਸੋਲੂਸ਼ਨ ਜੋ ਹੈ ਬਾਹਰ ਕੱਢ ਦਿਆਂਗੇ। ਇਹ ਪ੍ਰੋਸੈਸ ਅਸੀਂ 2-3 ਵਾਰ ਕਰਕੇ ਫਿਰ ਬੁਰਟ ਨੂੰ ਦੁਬਾਰਾ ਸਟੈਂਡ ਤੇ ਫਿਕਸ ਕਰ ਦਿਆਂਗੇ ਤੇ ਉਸ ਦੇ ਉੱਪਰ ਫਨਲ ਲਗਾ ਦਿਆਂਗੇ। ਫਿਰ KMnO4 ਸੋਲੂਸ਼ਨ ਜੋ ਹੈ ਅਸੀਂ ਫਨਲ ਦੀ ਸਹਾਇਤਾ ਦੇ ਨਾਲ ਬੁਰਟ ਦੇ ਵਿੱਚ ਟ੍ਰਾਂਸਫਰ ਕਰਾਂਗੇ। ਐਕਸੈਸ KMnO4 ਸੋਲੂਸ਼ਨ ਸਟਾਪ ਕੋਕ ਦੀ ਮਦਦ ਦੇ ਨਾਲ ਖੋਲ ਕੇ ਇਸ ਨੂੰ ਅਸੀਂ ਬੀਕਰ ਦੇ ਵਿੱਚ ਟ੍ਰਾਂਸਫਰ ਕਰ ਦਿਆਂਗੇ ਅਤੇ ਰੀਡਿੰਗ ਨੂੰ ਅਸੀਂ ਸੈੱਟ ਕਰ ਲਾਂਗੇ ਜੋ ਕਿ ਸਾਡੀ ਇਨੀਸ਼ੀਅਲ ਰੀਡਿੰਗ ਹੋਏਗੀ। ਉਸ ਤੋਂ ਬਾਅਦ ਅਸੀਂ ਟਾਈਟ੍ਰੇਸ਼ਨ ਫਲਾਸਕ ਦੇ ਵਿੱਚ ਪਿੱਪੜ ਦੀ ਸਹਾਇਤਾ ਦੇ ਨਾਲ ਅਸੀਂ ਮੋਹਰ ਸਾਲਟ ਸੋਲੂਸ਼ਨ ਜੋ ਹੈ ਅਸੀਂ ਉਸ ਦੇ ਨਾਲ ਪਿੱਪਟ ਨੂੰ ਰਿੰਜ਼ ਕਰਾਂਗੇ। ਇਹ ਪ੍ਰੋਸੈਸ ਵੀ ਅਸੀਂ 2-3 ਵਾਰ ਦੁਹਰਾਵਾਂਗੇ। ਹੁਣ ਪਿੱਪਟ ਦੀ ਮਦਦ ਦੇ ਨਾਲ ਅਸੀਂ 20 ml ਸੋਲੂਸ਼ਨ ਜੋ ਹੈ ਪਿੱਪੜ ਦੇ ਵਿੱਚ ਪਿੱਪਟ ਆਊਟ ਕਰਾਂਗੇ ਵਿਦ ਦਾ ਹੈਲਪ ਆਫ ਇੰਡੈਕਸ ਫਿੰਗਰ। ਅਸੀਂ ਉੱਤੋਂ ਇਹਨੂੰ ਪ੍ਰੈਸ ਕਰਾਂਗੇ ਤੇ ਹੌਲੀ ਹੌਲੀ ਰਿਲੀਜ਼ ਕਰਕੇ ਬਾਕੀ ਦਾ ਸੋਲੂਸ਼ਨ ਕੱਢ ਕੇ ਇਸ ਨੂੰ ਰਿਕੁਆਇਰਡ ਮਿਸਕਸ ਲੈਵਲ ਤੱਕ ਲੈ ਆਵਾਂਗੇ ਅਤੇ ਇਸ ਨੂੰ ਟਾਈਟ੍ਰੇਸ਼ਨ ਫਲਾਸਕ ਦੇ ਵਿੱਚ ਟ੍ਰਾਂਸਫਰ ਕਰ ਦਿਆਂਗੇ। ਇਸ ਦੇ ਟਿਪ ਨੂੰ ਅਸੀਂ ਬਾਟਮ ਆਫ ਦੀ ਫਲਾਸਕ ਨਾਲ ਟੱਚ ਕਰਾਂਗੇ ਤਾਂ ਕਿ ਬਾਕੀ ਦਾ ਸੋਲੂਸ਼ਨ ਵੀ ਨਿਕਲ ਜਾਵੇ। ਹੁਣ ਅਸੀਂ ਇੱਕ ਟੈਸਟ ਟਿਊਬ ਫੁੱਲ ਟੈਸਟ ਟਿਊਬ ਜਿਹੜੀ ਹੈ ਸਲਫਿਊਰਿਕ ਐਸਿਡ ਨਾਲ ਭਰ ਕੇ ਜਿਸ ਦਾ ਕਿ ਵੋਲਿਊਮ 20 ml ਹੋਵੇਗਾ ਅਸੀਂ ਇਸ ਨੂੰ ਟਾਈਟ੍ਰੇਸ਼ਨ ਔਰ ਕੋਨਿਕਲ ਫਲਾਸਕ ਦੇ ਵਿੱਚ ਟ੍ਰਾਂਸਫਰ ਕਰ ਦਿਆਂਗੇ। ਇਸ ਤੋਂ ਬਾਅਦ ਕੋਨਿਕਲ ਫਲਾਸਕ ਨੂੰ ਚੁੱਕ ਕੇ ਅਸੀਂ ਵਾਈਟ ਟਾਈਲ ਦੇ ਉੱਤੇ ਰੱਖ ਦਿਆਂਗੇ ਜੋ ਕਿ ਬੁਰਟ ਦੇ ਨੀਚੇ ਪਈ ਹੋਏਗੀ। ਉਸ ਤੋਂ ਬਾਅਦ ਅਸੀਂ ਇਸ ਨੂੰ ਟਾਈਟਰੇਟ ਕਰਾਂਗੇ ਅਗੇਂਸਟ KMnO4 ਸੋਲੂਸ਼ਨ till the last drop of the KMnO4 solution. The end point will be
कलरलैस टू पिंक, ਤੇ ਸਾਡੀ ਰੀਡਿੰਗ ਜੋ ਫਾਈਨਲ ਹੈ 21.2 ml ਆ ਜਾਏਗੀ। ਫਿਰ ਅਸੀਂ ਆਬਜ਼ਰਵੇਸ਼ਨ ਦੇਖਾਂਗੇ, ਇਨੀਸ਼ੀਅਲ ਬੁਲਟ ਰੀਡਿੰਗ, ਫਾਈਨਲ ਬੁਲਟ ਰੀਡਿੰਗ ਐਂਡ ਵੋਲਿਊਮ ਆਫ KMnO4 ਯੂਜ਼ਡ। ਉਸ ਤੋਂ ਬਾਅਦ ਅਸੀਂ ਕੈਲਕੂਲੇਸ਼ਨਸ ਕਰਾਂਗੇ, ਮੋਹਰ ਸਾਲਟ ਦਾ ਵੋਲਿਊਮ ਕਿੰਨਾ ਲਿਆ ਸੀ ਤੇ ਮੋਹਰ ਸਾਲਟ ਦੀ ਮੋਲੈਰਿਟੀ ਕਿੰਨੀ ਹੈ ਅਤੇ KMnO4 ਸੋਲੂਸ਼ਨ ਦਾ ਵੋਲਿਊਮ ਕੀ ਹੈ। ਇੱਥੋਂ ਅਸੀਂ ਦੇਖਦੇ ਹਾਂ ਕਿ ਦੋ KMnO4 ਸੋਲੂਸ਼ਨ ਦੇ ਮੋਲੀਕਿਊਲ ਜੋ 10 ਮੋਹਰ ਸਾਲਟ ਸੋਲੂਸ਼ਨ ਨਾਲ ਰਿਐਕਟ ਕਰਦੇ ਹਨ। ਫਿਰ ਅਸੀਂ ਮੋਲੈਰਿਟੀ ਇਕੁਏਸ਼ਨ ਤੋਂ ਅਸੀਂ KMnO4 ਦੀ ਮੋਲੈਰਿਟੀ ਜੋ ਕੈਲਕੂਲੇਟ ਕਰ ਲਵਾਂਗੇ। मोलैरिटी जो आएगी 0.0094 मोलर आ जाएगी। फिर असी देखांगे कि मोलर मास ऑफ KMnO4 इज़ 158 ग्राम पर मोल। फिर असी स्ट्रेंथ कैलकुलेट करांगे KMnO4 सोल्यूशन दी, मोलैरिटी ऑफ KMnO4 ਨੂੰ ਮਲਟੀਪਲਾਈ ਕਰਾਂਗੇ ਮੋਲਰ ਮਾਸ ਆਫ KMnO4 ਦੇ ਨਾਲ, ਜੋ ਕਿ ਆ ਜਾਏਗਾ 1.4852 ग्राम पर लीटर। ये जो है साडी स्ट्रेंथ आ जाएगी KMnO4 ਸੋਲੂਸ਼ਨ ਦੀ, ਜੋ ਕਿ ਅਸੀਂ ਕਰਨੀ ਸੀ। तो स्टूडेंट्स ये ਜਿਹੜਾ ਅਸੀਂ ਵੋਲਿਊਮੈਟ੍ਰਿਕ ਐਨਾਲਿਸਿਸ ਕੀਤਾ ਹੈ, ਇਹਦੇ ਵਿੱਚ ਕੁਝ ਵਾਈਵਾ ਵੌਇਸ ਦੇ ਕੁਐਸਚਨਸ ਨੇ ਜੋ ਕਿ ਐਗਜ਼ਾਮੀਨਰ ਜੋ ਹੈ ਤੁਹਾਨੂੰ ਪੁੱਛ ਸਕਦਾ ਹੈ। है सो स्टूडेंट्स ये सब सी वॉल्यूमैट्रिक एनालिसिस बारे जो मैं ਤੁਹਾਨੂੰ ਜਨਰਲ ਜੇ ਕੁਐਸਚਨਸ ਦਿੱਤੇ ਸੀ। ਤੇ ਉਸ ਤੋਂ ਪਹਿਲਾਂ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਜਿਹੜਾ ਐਕਸਪੈਰੀਮੈਂਟ ਮੈਂ ਤੁਹਾਨੂੰ ਸਮਝਾਇਆ ਹੈ, ਸਮਝਾਉਣ ਦੀ ਕੋਸ਼ਿਸ਼ ਹੈ ਮੇਰੀ, ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸ ਦੇ ਨਾਲ ਰਿਲੇਟਡ ਕੁਐਸਚਨਸ ਵੀ ਤੁਸੀਂ ਕਰ ਲੈਣੇ ਹਨ। ਤੇ ਇਸ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਦਾ ਥੈਂਕਸ ਕਰਦੀ ਹਾਂ ਤੇ ਸਪੈਸ਼ਲ ਥੈਂਕਸ ਸਾਡੇ ਡੀਐਮ ਸ਼੍ਰੀ ਰਾਜੇਸ਼ ਸੈਣੀ, ਜਿਨ੍ਹਾਂ ਦੇ ਕਰਕੇ ਅਸੀਂ ਜਿਨ੍ਹਾਂ ਦੀ ਕਰਕੇ ਵੀਡੀਓ ਜਿਹੜੀ ਹੈ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਉਹ ਸਾਨੂੰ ਗਾਈਡ ਕਰਦੇ ਹਨ, ਉਹਨਾਂ ਦੀ ਜਿਹੜੀ ਵੈਲਿਊਬਲ ਗਾਈਡੈਂਸ ਦੇ ਅਧੀਨ ਅਸੀਂ ਸਭ ਕੁਝ ਕੀਤਾ ਹੈ। ਸੋ ਵੰਸ ਅਗੇਨ ਥੈਂਕਸ।